ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਨਕੇਤ ਤੇ। ਕਿਤਾਬ ਵਿਆਖਿਆ ਵਿਸ਼ਲੇਸ਼ਣ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਬਦਲਦੇ ਸਮਾਜ ਦੀ ਔਰਤ। ਟੈਕਨੋਲੋਜੀ ਦੇ ਪਸਾਰ ਕਾਰਨ ਪਰੰਪਰਾਗਤ ਸਮਾਜ ਬੜੀ ਤੇਜ਼ੀ ਨਾਲ ਬਦਲ ਰਹੇ ਹਨ, ਜਦੋਂ ਕਿ ਪਰੰਪਰਾਗਤ ਪੁਰਸ਼ਾਂ ਅਤੇ ਔਰਤਾਂ ਨੂੰ ਬਦਲੀ ਹੋਈ ਸਥਿਤੀ ਨਾਲ ਇਕਸੁਰ ਹੋਣ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਂਝ ਤਾਂ ਭਾਵੇਂ ਸਾਰੇ ਸੰਸਾਰ ਵਿੱਚ ਹੀ ਇਹ ਸਮੱਸਿਆ ਕਈ ਮਾਨਸਿਕ ਉਲਝਣਾਂ ਨੂੰ ਜਨਮ ਦੇ ਰਹੀ ਹੈ, ਪਰ ਸਾਡੇ ਨਾਲੋਂ ਯੂਰਪ ਵਿੱਚ ਇਹ ਫਰਕ ਹੈ ਕਿ ਅਸੀਂ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਢੁਕਵੀਆਂ ਸਹੂਲਤਾਂ ਨਹੀਂ ਉਸਾਰ ਸਕੇ, ਜਦੋਂ ਕਿ ਸਮੁੱਚਾ ਯੂਰਪੀ ਮਨੋਵਿਗਿਆਨਕ ਅਤੇ ਚਿਕਿਤਸਾ ਵਿਗਿਆਨ ਨਿੱਤ ਨਵੇਂ ਤਰੀਕਿਆਂ ਅਤੇ ਆਧੁਨਿਕ ਟੈਕਨੋਲੋਜੀ ਨਾਲ ਉਪਜੀ ਸਮਾਜਿਕ ਜੀਵਨ ਦੀ ਤੇਜ਼ ਗਤੀ ਨਾਲ ਨਜਿੱਠਣ ਲਈ ਸਭ ਮੋਰਚਿਆਂ ਉੱਤੇ ਤਿਆਰ ਹੋ ਰਿਹਾ ਹੈ। ਸੰਸਾਰ ਵਿੱਚ ਵਿੱਦਿਆ ਦੀਆਂ ਸਹੂਲਤਾਂ ਵੱਧ ਰਹੀਆਂ ਹਨ, ਪਰ ਪ੍ਰਾਪਤ ਕੀਤੇ ਜਾਣਯੋਗ ਗਿਆਨ ਵਿੱਚ ਇਤਨਾ ਵਾਧਾ ਹੋ ਗਿਆ ਹੈ, ਜਿਨ੍ਹਾਂ ਨੂੰ ਅੱਜ ਤੋਂ 30 ਵਰ੍ਹੇ ਪਹਿਲਾਂ ਪੜ੍ਹੇ ਲਿਖੇ ਕਿਹਾ ਜਾਂਦਾ ਸੀ, ਉਹ ਹੁਣ ਅਨਪੜ੍ਹ ਪ੍ਰਤੀਤ ਹੋਣ ਲੱਗ ਪਏ ਹਨ। ਇਵੇਂ ਸਿੱਖਿਆ ਅਤੇ ਅਨਪੜ੍ਹਤਾ ਦੇ ਅਰਥ ਹੀ ਬਦਲ ਗਏ ਹਨ। ਅਜੋਕੇ ਯੁੱਗ ਵਿੱਚ ਜਿਹੜਾ ਕੰਪਿਊਟਰ ਨਹੀਂ ਵਰਤਦਾ ਉਹ ਅਨਪੜ੍ਹ ਹੈ। ਹੁਣ ਤਾਂ ਖੇਤੀਬਾੜੀ ਵੀ ਅਨਪੜ੍ਹ ਵਿਅਕਤੀ ਨਹੀਂ ਕਰ ਸਕਣਗੇ। ਇਵੇਂ ਹੀ ਮਨੁੱਖ ਨੇ ਆਪਣੀ ਸੁਰੱਖਿਆ ਲਈ ਬਹੁਤ ਕੁਝ ਉਸਾਰ ਲਿਆ ਹੈ, ਪਰ ਨਾਲ ਹੀ ਉਸਨੇ ਕੁਝ ਹੀ ਮਿੰਟਾਂ ਵਿੱਚ ਸਾਰੀ ਦੁਨੀਆ ਨੂੰ ਕਈ ਵਾਰ ਤਬਾਹ ਕਰਨ ਦੇ ਵਸੀਲੇ ਵੀ ਪੈਦਾ ਕਰ ਲਏ ਹਨ। ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਸੰਸਾਰ ਵਿੱਚ ਜਿਸ ਗਤੀ ਨਾਲ ਗਿਆਨ ਵੱਧ ਰਿਹਾ ਹੈ, ਉਸ ਗਤੀ ਨਾਲ ਅਗਿਆਨਤਾ ਵੱਧ ਰਹੀ ਹੈ। ਹੁਣ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਹਨੇਰਾ ਜਿੱਤੇਗਾ ਕਿ ਪ੍ਰਕਾਸ਼, ਜ਼ਿੰਦਗੀ ਜਿੱਤੇਗੀ ਕਿ ਮੌਤ, ਪਰ ਇਹ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਰਾਜਨੀਤੀ ਅਤੇ ਤਕਨਾਲੋਜੀ ਦੇ ਆਧੁਨਿਕ ਜੀਵਨ ਵਿੱਚ ਅਸੁਰੱਖਿਆ ਦੀ ਭਾਵਨਾ, ਬੇਚੈਨੀ, ਤਣਾਅ ਅਤੇ ਚਿੰਤਾ ਬਹੁਤ ਵਧਾ ਦਿੱਤੀ ਹੈ। ਸਰੀਰਕ ਸੁੱਖਾਂ ਅਤੇ ਸਹੂਲਤਾਂ ਵਿੱਚ ਨਿਰਸੰਦੇਹ ਵਾਧਾ ਆਇਆ ਹੈ, ਪਰ ਮਾਨਸਿਕ ਸ਼ਾਂਤੀ ਆਪਹੁੰਚ ਹੁੰਦੀ ਜਾ ਰਹੀ ਹੈ। ਪੁਰਸ਼ ਤਾਂ ਸਦੀਆਂ ਤੋਂ ਮਾਨਸਿਕ ਸੰਘਰਸ਼ ਕਰਨ ਦਾ ਆਦੀ ਰਿਹਾ ਹੈ, ਪਰ ਔਰਤ ਦੀਆਂ ਮਾਨਸਿਕ ਉਲਝਣਾਂ ਪਿਛਲੇ ਕੁਝ ਦਹਾਕਿਆਂ ਦੀ ਹੀ ਦੇਣ ਹਨ। ਇਸੇ ਲਈ ਉਸ ਵਾਸਤੇ ਕਈ ਨਵੇਂ ਸੰਕਟ ਉੱਠ ਖੜ੍ਹੇ ਹੋਏ ਹਨ। ਔਰਤ ਸਦੀਆਂ ਤੋਂ ਘਰ ਦੀ ਚਾਰਦੀਵਾਰੀ ਵਿੱਚ ਕੈਦ ਰਹੀ ਹੈ, ਪਰ ਸੁਰੱਖਿਅਤ ਵੀ ਰਹੀ ਹੈ। ਉਹ ਘਰੇਲੂ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਖਚਤ ਰਹੀ ਹੈ, ਪਰ ਸਰੀਰਕ ਖਤਰਿਆਂ ਤੋਂ ਸਦਾ ਬਚੀ ਵੀ ਰਹੀ ਹੈ। ਉਸ ਨੂੰ ਬਹੁਤੀ ਆਜ਼ਾਦੀ ਨਹੀਂ ਦਿੱਤੀ ਗਈ, ਪਰ ਉਸ ਤੋਂ ਸਖਤ ਘਾਲਣਾ ਵਾਲੇ ਕੰਮ ਵੀ ਨਹੀਂ ਕਰਾਏ ਗਏ। ਉਸ ਨੂੰ ਵਿਗਿਆਨਵਾਨ ਨਹੀਂ ਹੋਣ ਦਿੱਤਾ ਗਿਆ, ਪਰ ਉਸ ਨੂੰ ਭੈੜੀਆਂ ਗੱਲਾਂ ਦੀ ਅਗਿਆਨਤਾ ਦੇ ਸੁੱਖ ਜ਼ਰੂਰ ਪ੍ਰਾਪਤ ਹੁੰਦੇ ਰਹੇ ਹਨ। ਔਰਤ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਨਹੀਂ ਦਿੱਤੀ ਗਈ, ਪਰ ਇਸੇ ਕਰਕੇ ਉਹ ਹਿੰਸਾ, ਬਲਾਤਕਾਰ ਅਤੇ ਆਪਣੇ ਵਿਰੁੱਧ ਹੋਣ ਵਾਲੇ ਹੋਰ ਅਪਰਾਧਾਂ ਤੋਂ ਬਚੀ ਵੀ ਰਹੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਅਰਥ ਇਹ ਨਹੀਂ ਕਿ ਔਰਤ ਨਾਲ ਸਭ ਕੁਝ ਚੰਗਾ ਹੁੰਦਾ ਰਿਹਾ ਹੈ, ਸਗੋਂ ਕਹਿਣ ਦਾ ਭਾਵ ਇਹ ਹੈ ਕਿ ਸਮਕਾਲੀ ਔਰਤ ਦੀਆਂ ਬਹੁਤੀਆਂ ਮਾਨਸਿਕ ਸਮੱਸਿਆਵਾਂ ਬਹੁਤ ਹੱਦ ਤੱਕ ਉਸ ਦੇ ਪਰੰਪਰਾਗਤ ਰੋਲ ਨੂੰ ਤਿਆਗਣ ਅਤੇ ਅਣਜਾਣੇ ਖੇਤਰਾਂ ਵਿੱਚ ਵਿਚਰਨ ਦਾ ਸਿੱਟਾ ਹਨ। ਪਰਿਵਾਰ ਦਾ ਨਿਰਮਾਣ ਕਰਨ ਕਰਕੇ ਔਰਤ ਦਾ ਮਹੱਤਵ ਸਦਾ ਘਰ, ਸੰਤਾਨ ਅਤੇ ਪਰਿਵਾਰ ਦੇ ਸੰਦਰਭ ਵਿੱਚ ਹੀ ਰਿਹਾ ਹੈ। ਹੁਣ ਜਦੋਂ ਔਰਤ ਕੈਦ ਵਿੱਚੋਂ ਮੁਕਤ ਹੋ ਰਹੀ ਹੈ ਅਤੇ ਜੇਲ੍ਹ ਜਾਂ ਘਰ ਦਾ ਤਿਆਗ ਕਰ ਰਹੀ ਹੈ, ਤਾਂ ਉਸ ਨੂੰ ਨਵੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈ ਰਿਹਾ ਹੈ। ਸਰੀਰਕ ਅਤੇ ਮਾਨਸਿਕ ਦੋਹਾਂ ਪੱਖਾਂ ਤੋਂ ਅੱਜ ਦੀ ਔਰਤ ਅਸੁਰੱਖਿਆ ਦੀ ਭਾਵਨਾ ਤੋਂ ਪੀੜਤ, ਡਰੀ ਹੋਈ ਅਤੇ ਸਹਿਮੀ ਹੋਈ ਹੈ। ਜੇ 4-5 ਵਿਅਕਤੀਆਂ ਲਈ ਖਾਣਾ ਬਣਾਉਣਾ ਹੋਵੇ ਤਾਂ ਔਰਤ ਬਣਾ ਸਕਦੀ ਹੈ, ਪਰ 500 ਵਿਅਕਤੀਆਂ ਦਾ ਖਾਣਾ ਬਣਾਉਣਾ ਉਸ ਦੇ ਵੱਸ ਦੀ ਗੱਲ ਨਹੀਂ। ਜੇ 2-4 ਕਮਰਿਆਂ ਦੀ ਦੇਖਭਾਲ ਕਰਨੀ ਹੋਵੇ ਤਾਂ ਔਰਤ ਕਰ ਲਵੇਗੀ, ਪਰ 1000 ਕਮਰਿਆਂ ਵਾਲੇ ਹੋਟਲ ਨੂੰ ਪੁਰਸ਼ ਹੀ ਸੰਭਾਲ ਸਕਦੇ ਹਨ। 10-20 ਕੱਪੜੇ ਧੋਣੇ ਹੋਣ ਤਾਂ ਔਰਤ ਧੋ ਲਵੇਗੀ, ਪਰ ਸਾਰੇ ਹਸਪਤਾਲ ਦੇ ਕੱਪੜੇ ਉਹ ਨਹੀਂ ਧੋ ਸਕਦੀ। ਛੋਟੀਆਂ, ਬਰੀਕ, ਕੀਮਤੀ, ਹਲਕੀਆਂ ਫੁਲਕੀਆਂ ਚੀਜ਼ਾਂ ਔਰਤ ਸੰਭਾਲ ਲਵੇਗੀ, ਪਰ ਵੱਡੇ ਵੱਡੇ ਸਟੋਰਾਂ ਦਾ ਪ੍ਰਬੰਧ ਉਸ ਦੇ ਵੱਸ ਦੀ ਗੱਲ ਨਹੀਂ। ਛੋਟੇ ਅਤੇ ਧੀਰਜ ਨਾਲ ਕੀਤੇ ਜਾਣ ਵਾਲੇ ਕੰਮਾਂ ਵਿੱਚ ਪੁਰਸ਼ ਔਰਤ ਦਾ ਮੁਕਾਬਲਾ ਨਹੀਂ ਕਰ ਸਕਦਾ, ਪਰ ਵੱਡੇ ਕੰਮਾਂ ਵਿੱਚ ਔਰਤ ਪੁਰਸ਼ ਦੀ ਪੱਧਰ ਤੱਕ ਨਹੀਂ ਅੱਪੜ ਸਕਦੀ। ਪੁਰਸ਼ ਨੇ ਕੰਮਾਂ ਦੀ ਵੰਡ ਹੀ ਕੁਝ ਇਸ ਢੰਗ ਨਾਲ ਕੀਤੀ ਹੈ ਕਿ ਪੁਰਸ਼ ਦਾ ਮਹੱਤਵ ਹਰ ਸਮਾਜ ਵਿੱਚ ਵਧੇਰੇ ਬਣਿਆ ਰਿਹਾ ਹੈ। ਉਪਰੋਕਤ ਚਰਚਾ ਦਾ ਭਾਵ ਇਹ ਦੱਸਣਾ ਹੈ ਕਿ ਆਧੁਨਿਕ ਔਰਤ ਦੀਆਂ ਮਾਨਸਿਕ ਸਮੱਸਿਆਵਾਂ ਉਸ ਦੀ ਪੁਰਸ਼ ਨਾਲ ਅਸਾਮੀ ਮੁਕਾਬਲੇ ਵਾਲੀ ਸਥਿਤੀ ਵਿੱਚੋਂ ਉਪਜੀਆਂ ਅਤੇ ਉਪਜ ਰਹੀਆਂ ਹਨ। ਬੱਚੇ ਨੂੰ ਜਨਮ ਦੇਣਾ ਅਤੇ ਉਸ ਦੀ ਪਾਲਣਾ ਪੋਸ਼ਣਾ ਕਰਨੀ ਸਦਾ ਹੀ ਔਰਤ ਦੇ ਮਹੱਤਵ ਦਾ ਆਧਾਰ ਬਣਿਆ ਰਿਹਾ ਹੈ, ਕਿਉਂਕਿ ਇਹ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਮਰਦ ਔਰਤ ਦਾ ਪਾਸ਼ਕੂ ਵੀ ਨਹੀਂ ਹੈ, ਪਰ ਆਧੁਨਿਕ ਔਰਤ ਇਸ ਖੇਤਰ ਤੋਂ ਹੀ ਇਨਕਾਰੀ ਹੋ ਕੇ ਆਪਣੇ ਲਈ ਅਜਿਹੀਆਂ ਮਾਨਸਿਕ ਉਲਝਣਾਂ ਉਸਾਰ ਰਹੀ ਹੈ ਜਿਨ੍ਹਾਂ ਨੂੰ ਸੁਲਝਾਉਣਾ ਉਸ ਦੇ ਵੱਸ ਦੀ ਗੱਲ ਨਹੀਂ।
ਔਰਤ ਸ਼ਾਇਦ ਇਸ ਗੱਲ ਤੋਂ ਅਣਜਾਣ ਹੈ ਕਿ ਪੁਰਸ਼ ਉੱਤੇ ਔਰਤ ਦੀ ਨਿਰਭਰਤਾ ਘਟ ਨਹੀਂ ਰਹੀ, ਵੱਧ ਰਹੀ ਹੈ। ਔਰਤਾਂ ਦੇ ਕੱਪੜਿਆਂ ਦੇ ਡਿਜ਼ਾਈਨ, ਸਾਜ ਸਜਾਵਟ ਦਾ ਸਮਾਨ, ਸੈਂਡਲ, ਪਰਸ, ਵਾਲਾਂ ਦੇ ਫੈਸ਼ਨ, ਉਹਨਾਂ ਦੀ ਐਕਟਿੰਗ ਦਾ ਸਟਾਈਲ, ਉਹਨਾਂ ਵੱਲੋਂ ਗਾਏ ਜਾਣ ਵਾਲੇ ਗਾਣੇ, ਰਿੰਨਣ ਪਕਾਉਣ ਦੇ ਨਵੇਂ ਢੰਗ, ਘਰ ਦੀ ਹਰ ਚੀਜ਼, ਹਰ ਪਕਵਾਨ, ਅਰਥਾਤ ਔਰਤ ਦੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਾਰੇ ਫੈਸਲੇ ਔਰਤ ਨਹੀਂ ਪੁਰਸ਼ ਕਰ ਰਿਹਾ ਹੈ। ਹੋਰ ਤਾਂ ਹੋਰ ਆਪਣੀ ਸਾਜ ਸਜਾਵਟ, ਫੈਸ਼ਨ ਅਤੇ ਗਹਿਣਿਆਂ ਦੇ ਖੇਤਰ ਵਿੱਚ ਵੀ ਔਰਤ ਪੁਰਸ਼ ਦੀ ਅਗਵਾਈ ਲੈ ਰਹੀ ਹੈ। ਆਧੁਨਿਕ ਔਰਤ ਆਪਣੇ ਪਰੰਪਰਾਗਤ ਰੋਲ ਨੂੰ ਤਿਆਗ ਕੇ ਜਦੋਂ ਪੁਰਸ਼ ਨਾਲ ਮੁਕਾਬਲੇ ਦੀ ਸਥਿਤੀ ਵਿੱਚ ਵਿਚਰਨ ਦੀਆਂ ਤਿਆਰੀਆਂ ਕਰ ਰਹੀ ਹੈ ਤਾਂ ਉਹ ਇਸ ਗੱਲ ਪ੍ਰਤੀ ਅਗਿਆਤ ਹੈ ਕਿ ਉਸ ਦੇ ਪੱਲੇ ਨਿਰਾਸ਼ਤਾ ਅਤੇ ਨਿਰਾਸ਼ਤਾ ਤੋਂ ਉਪਜੀਆਂ ਮਾਨਸਿਕ ਅਤੇ ਸਰੀਰਕ ਉਲਝਣਾਂ ਹੀ ਪੈਣਗੀਆਂ। ਬਲਾਤਕਾਰ ਦੀਆਂ ਵਾਧੀਆਂ ਘਟਨਾਵਾਂ ਮਨੋਵਿਗਿਆਨਕ ਪੱਖ ਤੋਂ ਨਿੱਜੀ ਪੱਧਰ 'ਤੇ ਭਾਵੇਂ ਪੁਰਸ਼ ਵੱਲੋਂ ਸਾੜੇ ਵੱਸ ਔਰਤ ਤੋਂ ਬਦਲਾ ਲੈਣ ਦੀ ਭਾਵਨਾ ਦਾ ਹੀ ਪ੍ਰਗਟਾਵਾ ਹਨ, ਪਰ ਔਰਤ ਵੱਲੋਂ ਪੁਰਸ਼ ਦੀ ਕਾਮ ਤ੍ਰਿਪਤੀ ਦੀ ਲੋੜ ਪ੍ਰਤੀ ਜਾਣ ਬੁੱਝ ਕੇ ਪ੍ਰਗਟਾਈ ਜਾ ਰਹੀ ਬੇਮੁਖਤਾ ਵੱਲ ਇਸ਼ਾਰਾ ਵੀ ਹਨ। ਔਰਤ ਦੇ ਸ਼ੋਸ਼ਣ ਦੀ ਅਤੀ ਘਿਨਾਉਣੀ ਉਦਾਹਰਣ ਉਸ ਦੇ ਵੇਸਵਾਪਣ ਦੀ ਦਿੱਤੀ ਜਾਂਦੀ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਪੁਰਸ਼ ਜੀਵਨ ਦੇ ਹਰ ਚੰਗੇ ਮਾੜੇ ਖੇਤਰ ਵਿੱਚ ਪ੍ਰਧਾਨ ਹੈ ਤਾਂ ਇਸ ਖੇਤਰ ਵਿੱਚ ਉਸਨੇ ਪ੍ਰਧਾਨਤਾ ਪ੍ਰਾਪਤ ਕਿਉਂ ਨਹੀਂ ਕੀਤੀ। ਕਾਰਨ ਸਪਸ਼ਟ ਹਨ। ਸਰੀਰਕ ਪੱਖੋਂ ਪੁਰਸ਼ ਇੱਕ ਤੋਂ ਮਗਰੋਂ ਦੂਜੀ ਅਤੇ ਉਸ ਤੋਂ ਮਗਰੋਂ ਤੀਜੀ, ਚੌਥੀ ਆਦਿ ਔਰਤ ਗਾਹਕ ਦੀ ਕਾਮ ਭੁੱਖ ਮਿਟਾਉਣ ਦੇ ਸਮਰੱਥ ਨਹੀਂ। ਕਾਮ ਸੰਭੋਗ ਵਿੱਚ ਪੁਰਸ਼ ਦਾ ਸਕਰਮਕ ਰੋਲ ਹੁੰਦਾ ਹੈ, ਜਦੋਂ ਕਿ ਔਰਤਾਂ ਦਾ ਆਕਰਮਕ। ਔਰਤ ਦੇ ਵੇਸਵਾ ਬਣਨ ਵਿੱਚ ਆਰਥਿਕ ਕਾਰਨਾਂ ਤੋਂ ਇਲਾਵਾ ਜੀਵ ਵਿਗਿਆਨ ਦੇ ਆਧਾਰ ਉੱਤੇ ਅਸਲ ਕਾਰਨ ਕਾਮ ਸੰਭੋਗ ਵਿੱਚ ਉਸ ਦਾ ਆਕਰਮਕ ਹੋਣਾ ਵੀ ਹੈ। ਜੇ ਪੁਰਸ਼ ਵਿੱਚ ਸਰੀਰਕ ਪੱਖੋਂ ਥੋੜ੍ਹੇ ਹੀ ਸਮੇਂ ਵਿੱਚ ਇੱਕ ਮਗਰੋਂ ਦੂਜੀ, ਫਿਰ ਤੀਜੀ, ਚੌਥੀ ਔਰਤ ਗਾਹਕ ਨੂੰ ਭੁਗਤਾਉਣ ਦੀ ਸਮਰੱਥਾ ਹੁੰਦੀ ਤਾਂ ਉਹ ਆਪ ਵੇਸਵਾ ਬਣਦਾ। ਔਰਤ ਦਾ ਮਹੱਤਵ ਪੁਰਸ਼ ਦੀ ਕਾਮ ਤ੍ਰਿਪਤੀ ਅਤੇ ਸੰਤਾਨ ਪੈਦਾ ਕਰਨ ਅਤੇ ਮਨੁੱਖੀ ਨਸਲ ਦੀ ਅਗਲੀ ਪੀੜ੍ਹੀ ਚਲਾਉਣ ਦੀ ਸਮਰੱਥਾ ਕਾਰਨ ਹੀ ਰਿਹਾ ਹੈ। ਹੁਣ ਜਦੋਂ ਆਧੁਨਿਕ ਔਰਤ ਇਸ ਪਰੰਪਰਾਗਤ ਰੋਲ ਪ੍ਰਤੀ ਦਿਨੋਂ ਦਿਨ ਅਵੇਸਲੀ ਹੋ ਰਹੀ ਹੈ, ਸੁਭਾਵਿਕ ਹੀ ਉਸ ਦਾ ਸਮਾਜਿਕ ਰੋਲ ਵੱਖਰੀ ਭਾਂਤ ਦਾ ਹੁੰਦਾ ਜਾਵੇਗਾ। ਆਧੁਨਿਕ ਔਰਤ ਜਿਸ ਰੋਲ ਨੂੰ ਪੁਰਸ਼ ਦੇ ਮੁਕਾਬਲੇ ਵਿੱਚ ਵਧੇਰੇ ਸਫਲਤਾ ਨਾਲ ਨਿਭਾ ਸਕਦੀ ਹੈ, ਉਸ ਦਾ ਤਿਆਗ ਕਰ ਰਹੀ ਹੈ ਅਤੇ ਉਸ ਮੁਕਾਬਲੇ ਵਿੱਚ ਰੁੱਝ ਰਹੀ ਹੈ ਜਿਸ ਵਿਚਲੀਆਂ ਵਿਰੋਧਤਾਈਆਂ ਵਿੱਚ ਸੰਤੁਲਨ ਲਿਆਉਣਾ ਅਤੇ ਪੁਰਸ਼ ਨਾਲ ਸਾਵਾਂ ਉਤਰਨਾ ਉਸ ਦੇ ਵੱਸ ਦੀ ਗੱਲ ਨਹੀਂ। ਪੁਰਸ਼ ਦਾ ਔਰਤ ਨਾਲ ਕੋਈ ਪ੍ਰਤੱਖ ਮੁਕਾਬਲਾ ਨਹੀਂ, ਸਗੋਂ ਪੁਰਸ਼ ਦਾ ਪੁਰਸ਼ ਨਾਲ ਹੀ ਮੁਕਾਬਲਾ ਇੰਨਾ ਸਖਤ ਹੋ ਗਿਆ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਪੁਰਸ਼ ਦਿਮਾਗੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦਿਲ ਫੇਲ ਹੋਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਮਾਨਸਿਕ ਉਲਝਣਾਂ ਕਾਰਨ ਵਧੇਰੇ ਹਾਦਸੇ ਹੋ ਰਹੇ ਹਨ। ਜੀਵਨ ਵਿੱਚ ਤਣਾਅ ਇੰਨਾ ਵੱਧ ਗਿਆ ਹੈ ਕਿ ਮਨੁੱਖ ਨੂੰ ਸ਼ਰਾਬ, ਸਿਗਰਟ, ਨਸ਼ਿਆਂ ਅਤੇ ਸੌਣ ਵਾਲੀਆਂ ਗੋਲੀਆਂ ਦਾ ਆਸਰਾ ਲੈਣਾ ਪੈ ਰਿਹਾ ਹੈ। ਕਮਾਉਣ ਵਾਲੀਆਂ ਔਰਤਾਂ ਪ੍ਰਤੀ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਆਪਣੀ ਆਮਦਨ ਦਾ ਕੁਝ ਵਧੇਰੇ ਹੀ ਅਭਿਮਾਨ ਹੁੰਦਾ ਹੈ। ਇਸ ਦੇ ਮਨੋਵਿਗਿਆਨਕ ਕਾਰਨ ਹਨ। ਔਰਤ ਨੂੰ ਨਿੱਜੀ ਵਰਤੋਂ ਦੀਆਂ ਚੀਜ਼ਾਂ ਜਿਵੇਂ ਸੈਂਡਲ, ਸਾੜੀ, ਸਜਾਵਟ ਦਾ ਸਮਾਨ, ਪਰਸ ਅਤੇ ਹੋਰ ਨਿੱਕ ਸੁੱਕ ਆਦਿ ਆਪਣੀ ਤਨਖਾਹ ਵਿੱਚੋਂ ਖਰੀਦ ਸਕਣ ਦੀ ਸ਼ਕਤੀ ਪ੍ਰਾਪਤ ਹੋ ਗਈ ਹੈ ਅਤੇ ਪੁਰਸ਼ ਕਿਉਂਕਿ ਇਹਨਾਂ ਚੀਜ਼ਾਂ ਉੱਤੇ ਵਾਧੂ ਖਰਚ ਨੂੰ ਫਜ਼ੂਲ ਖਰਚੀ ਸਮਝਦਾ ਹੈ, ਔਰਤ ਦੀ ਇਹਨਾਂ ਚੀਜ਼ਾਂ ਬਾਰੇ ਪੁਰਸ਼ ਉੱਤੇ ਨਿਰਭਰਤਾ ਖਤਮ ਹੋਣ ਕਾਰਨ ਔਰਤ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਪ੍ਰਤੀਤ ਹੁੰਦੀਆਂ ਹਨ। ਔਰਤ ਕਦੀ ਇਹ ਨਹੀਂ ਸੋਚਦੀ ਕਿ ਉਸਨੇ ਆਪਣੀ ਕਮਾਈ ਵਿੱਚੋਂ ਮਕਾਨ ਲਈ ਪਲਾਟ ਖਰੀਦਣਾ ਹੈ ਜਾਂ ਕਾਰ ਖਰੀਦਣੀ ਹੈ। ਔਰਤ ਦੀ ਉਪਰੋਕਤ ਆਤਮ ਨਿਰਭਰਤਾ ਪੁਰਸ਼ ਦੀਆਂ ਨਜ਼ਰਾਂ ਵਿੱਚ ਉਸ ਦਾ ਅਭਿਮਾਨ ਬਣ ਕੇ ਰੜਕਦੀ ਹੈ। ਔਰਤ ਅਤੇ ਪੁਰਸ਼ ਦੀ ਸੋਚ ਵਿੱਚ ਵੀ ਅੰਤਰ ਹੈ। ਪੁਰਸ਼ ਕੋਲ 6 ਕਮੀਜ਼ਾਂ ਹੋਣ ਤਾਂ ਉਸ ਨੂੰ ਸੁੱਝਦਾ ਨਹੀਂ ਕਿ ਕਿਹੜੀ ਪਾਵਾਂ। ਔਰਤ ਕੋਲ 30 ਬਲਾਊਜ਼ ਸਾੜੀਆਂ ਹੋਣਗੀਆਂ ਤੇ ਕਹੇਗੀ ਮੇਰੇ ਕੋਲ ਪਾਉਣ ਲਈ ਕੱਪੜੇ ਵੀ ਨਹੀਂ। ਜਦੋਂ ਪੁਰਸ਼ ਅਤੇ ਔਰਤ ਕਹਿੰਦੇ ਹਨ ਕਿ ਮੇਰਾ ਇਹ ਸੂਟ 3 ਸਾਲ ਪੁਰਾਣਾ ਹੈ ਤਾਂ ਉਹਨਾਂ ਦੇ ਅਰਥ ਵੱਖਰੇ ਵੱਖਰੇ ਹੁੰਦੇ ਹਨ। ਔਰਤ ਕਹਿ ਰਹੀ ਹੁੰਦੀ ਹੈ ਕਿ ਮੈਂ ਇਹ ਸੂਟ ਪਾ ਕੇ ਅੱਕ ਗਈ ਹਾਂ। ਪੁਰਸ਼ ਕਹਿ ਰਿਹਾ ਹੁੰਦਾ ਹੈ ਕਿ 3 ਸਾਲ ਪੁਰਾਣਾ ਹੋਣ ਦੇ ਬਾਵਜੂਦ ਚੰਗੀ ਸੰਭਾਲ ਕਾਰਨ ਇਹ ਸੂਟ ਅੱਜ ਵੀ ਨਵਾਂ ਲੱਗਦਾ ਹੈ। ਵਾਸਤਵ ਵਿੱਚ ਔਰਤ ਲਈ ਘਰ ਇੱਕ ਜੇਲ੍ਹ ਨਹੀਂ, ਇੱਕ ਕਿਲ੍ਹਾ ਹੈ। ਜਿਹੜੇ ਲੋਕ ਘਰ ਨੂੰ ਕੈਦ ਕਹਿਣ ਦੀ ਰੱਟ ਲਾਉਂਦੇ ਹਨ, ਉਹ ਆਪਣੇ ਆਲੇ ਦੁਆਲੇ ਝਾਤ ਮਾਰਨ ਅਤੇ ਵੇਖਣ ਕਿ ਦਫ਼ਤਰਾਂ, ਸਕੂਲਾਂ ਆਦਿ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਆਜ਼ਾਦ ਹੋ ਗਈਆਂ ਹਨ ਜਾਂ ਉਹਨਾਂ ਦਾ ਸ਼ੋਸ਼ਣ ਹੋਰ ਵੱਧ ਗਿਆ ਹੈ। ਜ਼ਿੰਦਗੀ ਦੀਆਂ ਛੋਟੀਆਂ ਅਤੇ ਸਧਾਰਨ ਚੀਜ਼ਾਂ ਔਰਤ ਦਾ ਮਹੱਤਵ ਘਟਾਉਂਦੀਆਂ ਨਹੀਂ, ਵਧਾਉਂਦੀਆਂ ਹਨ। ਜੇ ਔਰਤ ਨੇ ਘਰ ਵਿਚਲਾ ਆਪਣਾ ਪਰੰਪਰਾਗਤ ਮਹੱਤਵ ਗਵਾ ਲਿਆ ਤਾਂ ਪੁਰਸ਼ਾਂ ਦੀ ਭੀੜ ਵਿੱਚ ਉਹ ਗਵਾਚ ਜਾਵੇਗੀ। ਬਹੁਤ ਸਾਰੇ ਕੰਮ ਅਜਿਹੇ ਹਨ ਜਿਹੜੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਧੇਰੇ ਸਫਲਤਾ ਅਤੇ ਨਿਪੁੰਨਤਾ ਨਾਲ ਕਰ ਸਕਦੀਆਂ ਹਨ,
ਪਰ ਅਜਿਹੇ ਖੇਤਰਾਂ ਪ੍ਰਤੀ ਅਵੇਸਲਾਪਣ ਵਿਖਾਉਣ ਅਤੇ ਪੁਰਸ਼ ਖੇਤਰਾਂ ਵਿੱਚ ਪੁਰਸ਼ ਨਾਲ ਮੁਕਾਬਲਾ ਕਰਨ ਦੀ ਭਾਵਨਾ ਔਰਤ ਦਾ ਸਮਾਜ ਦੇ ਖੇਤਰ ਵਿੱਚ ਸ਼ੋਸ਼ਣ ਵਧਾਉਣ ਦਾ ਹੀ ਕਾਰਨ ਬਣਦੇ ਹਨ। ਔਰਤ ਨੂੰ ਆਰਥਿਕਤਾ ਦੇ ਉਹ ਖੇਤਰ ਪਛਾਣਨੇ ਚਾਹੀਦੇ ਹਨ ਜਿਨ੍ਹਾਂ ਵਿੱਚ ਉਹ ਪੁਰਸ਼ਾਂ ਨਾਲੋਂ ਵੀ ਵਧੇਰੇ ਯੋਗਤਾ ਨਾਲ ਵਿਚਰ ਸਕਦੀ ਹੈ ਅਤੇ ਉਸ ਨੂੰ ਪੁਰਸ਼ ਨਾਲ ਬਰਾਬਰੀ ਦੀ ਜਿੱਦ ਕਰਨ ਦੀ ਥਾਂ ਪੁਰਸ਼ਾਂ ਨਾਲੋਂ ਵੀ ਅੱਗੇ ਲੰਘਣ ਦਾ ਉਪਰਾਲਾ ਅਤੇ ਆਪਣੀ ਯੋਗਤਾ ਨੂੰ ਪ੍ਰਗਟਾਉਣ ਦੇ ਨਵੇਂ ਖੇਤਰਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਸੋ ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਕਿਸੇ ਨਵੇਂ ਲੇਖ ਦੇ ਨਾਲ। ਧੰਨਵਾਦ।